हाँ जी दोस्तों, पिछली वीडियो 'ਚ ਆਪਾਂ ਨੇ ਕੀਤਾ ਸੀ एग्रीकल्चर प्रैक्टिस सोइंग ਤੇ ਅੱਜ ਕਰਨੀ ਆਪਾਂ ਨੇ ਤੀਜੀ एग्रीकल्चर प्रैक्टिस ਜਿਹੜੀ ਕੀ ਹੈ इंप्रूविंग सॉइल फर्टिलिटी। जो तीसरी एग्रीकल्चर प्रैक्टिस है इंप्रूविंग सॉइल फर्टिलिटी। ठीक है, मतलब जो खेतों की उपजाऊ शक्ति आ मिट्टी की उन्होंने ਵਧਾਉਣਾ। ठीक है, जिमें कि आप देखते हैं कि जो फसल उगाई जाती बीज बोया तो उस तो बाद रेहा स्प्रेयां पाई जांदियां ने, खादां पाई जांदियां ने, जिस नाल जो जमीन आ जो मिट्टी है उसकी जो उपजाऊ शक्ति है जो फर्टिलिटी है वो वध जाए। ठीक है, क्योंकि ਜਿਹੜੇ प्लांट्स ਹੁੰਦੇ ਨੇ ਇਹ ਜਿਹੜੇ ਵੀ ਮਿੱਟੀ 'ਚ ਨਿਊਟ੍ਰੀਐਂਟਸ ਹੁੰਦੇ ਨੇ ਇਹਨਾਂ ਨੂੰ ਇਹ ਐਬਜ਼ੌਰਬ ਕਰ ਲੈਂਦੇ ਨੇ। ਠੀਕ ਆ, ਤੇ ਜਦੋਂ ਐਬਜ਼ੌਰਬ ਕਰ ਲੈਂਦੇ ਨੇ ਤਾਂ ਉਹ ਮਿੱਟੀ 'ਚੋਂ ਜਿਹੜੇ ਖਤਮ ਹੋ ਜਾਂਦੇ ਨੇ ਨਿਊਟ੍ਰੀਐਂਟਸ, ਤੇ ਫਿਰ ਉਹਨਾਂ ਨੂੰ ਜੋ ਨਿਊਟ੍ਰੀਐਂਟਸ ਹੁੰਦੇ ਨੇ ਦੁਬਾਰੇ ਮਿੱਟੀ 'ਚ ਰਿਚਾਰਜ ਕਰਨਾ ਪੈਂਦਾ। ਜਿਸ ਤਰ੍ਹਾਂ ਆਪਣੇ ਫੋਨ ਦੀ ਬੈਟਰੀ ਨੂੰ ਜਦੋਂ ਖਤਮ ਹੋ ਜਾਂਦੀ ਹੈ ਚਾਰਜ ਕਰਨਾ ਪੈਂਦਾ, ਉਸੇ ਤਰ੍ਹਾਂ ਜੋ ਨਿਊਟ੍ਰੀਐਂਟਸ ਆ ਉਹਨਾਂ ਨੂੰ ਵੀ ਚਾਰਜ ਕਰਨਾ ਪੈਂਦਾ ਸੋਇਲ 'ਚ। ਠੀਕ ਆ, ਕਈ ਮੈਥਡ ਨੇ ਚਾਰਜਿੰਗ ਦੇ ਨਿਊਟ੍ਰੀਐਂਟਸ ਨੂੰ। ਤਾਂ ਸਭ ਤੋਂ ਪਹਿਲਾਂ ਜਿਹੜਾ ਮੈਥਡ ਆ ਉਹ ਹੈਗਾ ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰਸ। ਪਹਿਲਾ ਮੈਥਡ ਆ ਐਡਿੰਗ ਮੈਨਿਓਰ ਐਂਡ फर्टिलाइजर्स। ठीक है, तो दोस्तों ਜਿਹੜੇ ਮੈਨਿਓਰਸ ਹੁੰਦੇ ਨੇ ਉਹ ਹੁੰਦੇ ਨੇ ਖਾਦਾਂ, ਤੇ ਜੋ ਫਰਟੀਲਾਈਜ਼ਰਸ ਹੁੰਦੇ ਨੇ ਉਹ ਹੁੰਦੀਆਂ ਨੇ ਰੇਹਾਂ ਸਪਰੇਆਂ। ਠੀਕ ਆ, ਤਾਂ ਸਭ ਤੋਂ ਪਹਿਲਾਂ ਮੈਨਿਓਰ। ਮੈਨਿਓਰ ਹੁੰਦੀ ਹੈ ਖਾਦ, ਤੇ ਮਤਲਬ ਇਹ ਕਿਸ ਤੋਂ ਤਿਆਰ ਹੁੰਦੀ ਆ? ਜੋ ਵੀ ਆਪਣਾ ਆਰਗੈਨਿਕ ਵੇਸਟ ਹੁੰਦਾ, ਜਿਵੇਂ ਕਿ ਕੋਈ ਕਾਓ ਡੰਗ ਵਗੈਰਾ, ਕਾਓ ਦਾ ਜੋ ਯੂਰੀਨ ਹੁੰਦਾ, ਘਰ ਦੇ ਜਿਹੜੇ ਸਬਜ਼ੀਆਂ ਹੁੰਦੀਆਂ ਨੇ ਗਲੀਆਂ ਸੜੀਆਂ ਸਬਜ਼ੀਆਂ, ਸਬਜ਼ੀਆਂ ਦੇ ਛਿਲਕੇ ਵਗੈਰਾ ਤੋਂ ਜੋ ਹੈ ਇਹ ਮੈਨਿਓਰ ਤਿਆਰ ਹੁੰਦੀ ਆ। ਜਿਸ ਨੂੰ ਕੀ ਕੀਤਾ ਜਾਂਦਾ, ਕੋਈ ਵੀ ਓਪਨ ਏਰੀਆ 'ਚ ਕੋਈ ਵੀ ਟੋਆ ਪੁੱਟ ਕੇ ਉਸ ਵਿੱਚ ਜੋ ਹੈ ਸਭ ਕੁਝ ਭਰਿਆ ਜਾਂਦਾ, ਤੇ ਉਸ ਤੋਂ ਬਾਅਦ ਇਹਨੂੰ ਡੀਕੰਪੋਜ਼ ਹੋਣ ਲਈ ਛੱਡਿਆ ਜਾਂਦਾ, ਤੇ ਜਿਸ ਕੁਛ ਟਾਈਮ ਤੋਂ ਬਾਅਦ ਜੋ ਹੈ ਮੈਨਿਓਰ ਬਣ ਕੇ ਤਿਆਰ ਹੋ ਜਾਂਦੀ ਆ। ਠੀਕ ਆ, ਤੇ ਇਹਨਾਂ ਨੂੰ ਕੀ ਆ ਜੋ ਖੇਤਾਂ ਵਿੱਚ ਪਾਇਆ ਜਾਂਦਾ, ਜਿਸ ਨਾਲ ਜਿਹੜੀ ਹੈ ਖੇਤਾਂ ਦੀ ਉਹ ਫਰਟੀਲਿਟੀ ਵਧ ਜਾਂਦੀ ਆ। ਤਾਂ ਜਿਹੜੀ ਮੈਨਿਓਰ ਹੁੰਦੀ ਆ ਉਹ 'ਚ ਜੋ ਨਾਈਟ੍ਰੋਜਨ, ਫੋਸਫੋਰਸ ਤੇ ਪੋਟਾਸ਼ੀਅਮ ਹੁੰਦੇ ਆ ਇਹ ਬਹੁਤ ਘੱਟ ਅਮਾਊਂਟ 'ਚ ਹੁੰਦੇ ਆ। ਠੀਕ ਆ, ਕਿਹੜੀ ਚੀਜ਼ਾਂ? ਨਾਈਟ੍ਰੋਜਨ, ਫੋਸਫੋਰਸ ਤੇ पोटाश होंगे, मतलब पोटाशियम ये बहुत घट अमाउंट होंगे आ, जिस करके आपां नूं थोड़ा जिहा ज़्यादा अमाउंट जिहड़ी मैन्योर आ खेतों च पाउणी पैंदी है, ताकि वधिया क्वांटिटी च जो है वो खेतों की फर्टिलिटी वध जाए। ठीक है, तो जे आपां मैन्योर ज़्यादा पा दईए इसका कोई खेतों नूं नुकसान भी नहीं होंदा, क्योंकि यह ऑर्गैनिक होंदी है। तो इसका एक होर फायदा होंदा कि जिहड़ी ह्यूमस आ इहदे विच बहुत ज़्यादा होंदी है मैन्योर, क्योंकि ऑर्गैनिक वेस्ट तो बनी होंदी है। तो इस विच ह्यूमन की जिहड़ी अमाउंट आ बहुत ज़्यादा होंदी है, जिस करके यह मिट्टी की जिहड़ा वाटर एब्जॉर्ब करन जिहड़ी कैपेसिटी होंदी उहनूं वधा दिंदी है, ताकि मिट्टी ज़्यादा तो ज़्यादा जिहड़े न्यूट्रीएंट्स मतलब तत्त ते पानी नूं एब्जॉर्ब करके रख सके, स्टोर करके रख सके। ठीक है, तो एडवांटेज की ने मैन्योर दियां? एडवांटेजेस की ने? सब तो पहली है ये सॉइल की क्वालिटी नूं वधिया कर दिंदी है। इट इंप्रूव्स क्वालिटी ऑफ सॉइल। सेकंड
ਇਹ ਕਪੈਸਿਟੀ ਵਧਾ ਦਿੰਦੀ ਆ ਸੋਇਲ ਦੀ, ਪਾਣੀ ਦੇ ਨਿਊਟ੍ਰੀਐਂਟਸ ਨੂੰ ਅਬਜ਼ੌਰਬ ਕਰਨ ਦੀ। ਇਟ ਇਨਕਰੀਜ਼ਿਸ capacity of soil to hold water and nutrients। The third ਜਿਹੜੇ ਮਿੱਟੀ ਵਿੱਚ ਇਹ ਮਾਈਕਰੋ ਆਰਗੈਨਿਜ਼ਮ ਪੈਦਾ ਕਰ ਦਿੰਦੀ ਆ, ਮਾਈਕਰੋਬਸ ਪੈਦਾ ਕਰ ਦਿੰਦੀ ਆ, ਜਿਹੜੇ ਫਸਲਾਂ ਲਈ ਜੋ ਚੰਗੇ ਹੁੰਦੇ ਨੇ, ਫਸਲਾਂ ਦੀ ਗਰੋਥ 'ਚ ਹੈਲਪ ਕਰਦੇ ਨੇ, ਠੀਕ ਆ। ਇਟ ਇਨਹਾਂਸਿਸ the growth of friendly microbes, ठीक है। ਇਹ ਸੀ ਆਪਣੀ ਮੈਨਿਓਰ ਕਿ ਮੈਨਿਓਰ ਕੀ ਹੁੰਦੀ ਆ। ਅੱਗੇ ਆਪਣਾ ਫਰਟੀਲਾਈਜ਼ਰਸ। ਫਰਟੀਲਾਈਜ਼ਰ ਕੀ ਹੁੰਦੇ ਨੇ? ਇਹ ਉਹ ਕੈਮੀਕਲ ਹੁੰਦੇ ਨੇ ਜਿਹੜੇ ਫੈਕਟਰੀਆਂ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਸੋਇਲ ਦੀ ਫਰਟੀਲਿਟੀ ਵਧਾਉਣ ਲਈ, ਠੀਕ ਆ। ਕੈਮੀਕਲਸ prepared in factories, ठीक है। ਜਿਹੜੇ ਕੈਮੀਕਲ ਫੈਕਟਰੀ 'ਚ ਤਿਆਰ ਕੀਤੇ ਜਾਂਦੇ ਨੇ ਸੋਇਲ ਦੀ ਫਰਟੀਲਿਟੀ ਵਧਾਉਣ ਲਈ, ਉਹਨਾਂ ਨੂੰ ਕਹਿੰਦੇ ਆਪਾਂ ਫਰਟੀਲਾਈਜ਼ਰਸ। ਤੇ ਜਿਹੜੇ ਫਰਟੀਲਾਈਜ਼ਰਸ ਹੁੰਦੇ ਨੇ ਇਹਨਾਂ ਵਿੱਚ ਨਾਈਟ੍ਰੋਜਨ, ਫੋਸਫੋਰਸ, ਪੋਟਾਸ਼ੀਅਮ ਦੀ ਅਮਾਊਂਟ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਆ। ਰਿਚ ਇਨ नाइट्रोजन, phosphorus and नाइट्रोजन, फॉस्फोरस एंड पोटाशियम, मतलब पोटाश, ठीक है। ਅੱਗੇ ਮਤਲਬ ਜਿਹੜੇ ਫਰਟੀਲਾਈਜ਼ਰਸ ਨੇ ਇਹ ਮਹਿੰਗੇ ਵੀ ਹੁੰਦੇ ਨੇ ਤੇ ਇਹ ਕੀ ਆ ਖੇਤਾਂ ਨੂੰ, ਮਤਲਬ ਲੈਂਡ ਨੂੰ ਤੇ ਵਾਟਰ ਨੂੰ ਪੋਲਿਊਟ ਵੀ ਬਹੁਤ ਜ਼ਿਆਦਾ ਕਰਦੇ ਨੇ। ਅਤੇ ਜੇ ਇਹਨਾਂ ਦੀ ਥੋੜ੍ਹੀ ਜਿਹੀ ਵੀ ਅਮਾਊਂਟ ਜੋ ਕੁਆਂਟਿਟੀ ਉਹ ਜ਼ਿਆਦਾ ਪੈ ਜੇ ਖੇਤਾਂ ਵਿੱਚ ਤਾਂ ਇਹ ਨੁਕਸਾਨ ਵੀ ਕਰ ਸਕਦੇ ਨੇ ਫਸਲਾਂ ਨੂੰ। ਤਾਂ ਬਹੁਤ ਆਪਾਂ ਨੂੰ ਇਹ ਦੇਖ ਕੇ ਯੂਜ਼ ਕਰਨੇ ਪੈਂਦੇ ਨੇ ਜਿਹੜੇ ਫਰਟੀਲਾਈਜ਼ਰ ਹੁੰਦੇ ਨੇ। ਬਟ ਜਿਹੜੀ ਇਹ ਗਰੋਥ ਆ ਕਰੋਪ ਦੀ ਉਹ ਬਹੁਤ ਜਲਦੀ ਕਰਦੇ ਨੇ ਤੇ ਮਤਲਬ ਜਿਹੜੇ ਪੈਦਾਵਾਰ ਉਹ ਬਹੁਤ ਜ਼ਿਆਦਾ ਦਿੰਦੇ ਨੇ। ਤਾਂ ਇਹਨਾਂ ਦੇ ਜਿਹੜੇ ਐਡਵਾਂਟੇਜ ਨੇ ਉਹਨੇ एडवांटेज किया गिव हाई यील्ड ऑफ क्रॉप, मतलब पैदावार ज़्यादा होंदी आ इन्हां नाल जो फर्टिलाइजर्स यूज़ करन नाल, ठीक है। ते ज़्यादा फर्टिलाइजर यूज़ करन ते जो सॉइल दी फर्टिलिटी वो घट भी सकती है जे आपां बहुत ज़्यादा फर्टिलाइजर यूज़ करिए ਤਾਂ ਇਹ ਇਹਨਾਂ ਦੀ ਡਿਸਐਡਵਾਂਟੇਜ ਆ। ਇਹ ਸੀ ਆਪਣੇ ਮੈਨਿਓਰ ਤੇ ਫਰਟੀਲਾਈਜ਼ਰਸ। ਅੱਗੇ ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰਸ ਤੋਂ ਬਾਅਦ ਜਿਹੜਾ ਮੈਥਡ ਆ ਉਹ ਹੈ ਕ੍ਰੌਪ ਰੋਟੇਸ਼ਨ। ਕ੍ਰੌਪ ਰੋਟੇਸ਼ਨ, ਕ੍ਰੌਪ ਰੋਟੇਸ਼ਨ 'ਚ ਕੀ ਹੋਊਗਾ? ਕ੍ਰੌਪ ਰੋਟੇਸ਼ਨ 'ਚ ਮਤਲਬ ਇੱਕ ਸੀਜ਼ਨ 'ਚ ਜਾਂ ਇੱਕ ਸਾਲ 'ਚ ਮਤਲਬ ਦੋ ਤੋਂ ਜ਼ਿਆਦਾ ਜਾਂ ਦੋ ਫਸਲਾਂ ਦੀ ਖੇਤੀ ਕਰਨ ਨੂੰ ਕੀ ਕਹਿੰਦੇ ਨੇ ਕ੍ਰੌਪ ਰੋਟੇਸ਼ਨ। ਮਤਲਬ ਆਪਾਂ ਕੀ ਬਦਲ ਕੇ ਜੋ ਰੋਟੇਸ਼ਨ ਕਰਦੇ, ਬਦਲ ਕੇ ਆਪਾਂ ਜੋ ਫਸਲ ਆ ਲਗਾਈਏ ਜਿਸ ਨੂੰ
ताकि की है क्योंकि हर एक जो फसल है वो कुछ पार्टिकुलर ਜਿਹੜੇ ਨਿਊਟ੍ਰੀਐਂਟਸ ਆ ਉਸ ਨੂੰ ਚਾਹੀਦੇ ਹੁੰਦੇ ਨੇ ਠੀਕ ਆ। ਤਾਂ ਜੇ ਆਪਾਂ ਲਗਾਤਾਰ ਉਹੀ ਫਸਲ ਦੁਬਾਰਾ ਦੁਬਾਰਾ ਆਪਾਂ ਬੀਜੀ ਜਾਵਾਂਗੇ ਤਾਂ ਜੋ ਮਿੱਟੀ ਆ ਜੋ ਸੋਇਲ ਆ ਉਸ ਵਿੱਚ ਜਿਹੜੇ ਨਿਊਟ੍ਰੀਐਂਟਸ ਨੇ ਉਹ ਬਿਲਕੁਲ ਖਤਮ ਹੋ ਜਾਣਗੇ। ਇਸ ਲਈ ਕੀ ਆ ਬਾਰ ਬਾਰ ਜੋ ਬਦਲਵੀਂ ਕਰੋਪ ਲਗਾਈ ਜਾਂਦੀ ਆ ਜਿਵੇਂ ਕਿ ਸਰਦੀਆਂ 'ਚ ਕਣਕ ਠੀਕ ਆ ਤੇ ਗਰਮੀਆਂ 'ਚ ਚਾਵਲ ਠੀਕ ਆ। ਮਤਲਬ ਰੋਟੇਟ ਹੋਏ ਨਾ ਕਣਕ ਚਾਵਲ ਜਿੰਨੇ 'ਚ ਕਣਕ ਲੱਗਦੀ ਆ ਠੀਕ ਆ ਅੰਨੇ 'ਚ ਜੋ ਚਾਵਲ ਲਈ ਨਿਊਟ੍ਰੀਐਂਟਸ ਹੁੰਦੇ ਨੇ ਉਹ ਜਿਹੜੇ ਮਿੱਟੀ 'ਚ ਉਹ ਐਬਜ਼ੋਰਬ ਹੋ ਜਾਂਦੇ ਮਤਲਬ ਮਿੱਟੀ 'ਚ ਉਹ ਸਟੋਰ ਹੋ ਜਾਂਦੇ ਨੇ ਨਿਊਟ੍ਰੀਐਂਟਸ ਜਿਹੜੇ ਚਾਵਲਾਂ 'ਚ ਚਾਹੀਦੇ ਹੁੰਦੇ ਨੇ। ਅਤੇ ਜਦੋਂ ਚਾਵਲ ਲਗਾਏ ਜਾਂਦੇ ਨੇ ਤਾਂ ਜੋ ਕਣਕ ਨੂੰ ਨਿਊਟ੍ਰੀਐਂਟਸ ਚਾਹੀਦੇ ਹੁੰਦੇ ਨੇ ਤਾਂ ਉਹ ਸਟੋਰ ਹੋ ਜਾਂਦੇ ਨੇ ਜਿਸ ਨਾਲ ਕੀ ਆ ਮਤਲਬ ਜਿਹੜੀ ਸੋਇਲ ਦੀ ਫਰਟੀਲਿਟੀ ਆ ਉਹ ਬਣੀ ਰਹਿੰਦੀ ਆ ਠੀਕ ਆ। ਇੱਕ ਹੁੰਦਾ ਲੈਗਿਊਮੀਨਸ ਲਗਾਏ ਜਾਣ ਜਿਹੜੇ ਖੇਤਾਂ ਵਿੱਚ ਲੈਗਿਊਮੀਨਸ ਲਗਾਏ ਜਾਣ। ਲੈਗਿਊਮੀਨਸ ਮਤਲਬ ਉਹ ਪਲਾਂਟਸ ਜਿਹੜੇ ਨਾਈਟ੍ਰੋਜਨ ਜੋ ਆ ਛੱਡਦੇ ਠੀਕ ਆ ਕਿਉਂਕਿ ਜਦੋਂ ਆਪਾਂ ਵੀਟ ਉਗਾਉਂਦੇ ਆ ਖੇਤਾਂ ਵਿੱਚ ਮਤਲਬ ਕਣਕ ਉਗਾਉਂਦੇ ਤਾਂ ਉਸ ਨੂੰ ਨਾਈਟ੍ਰੋਜਨ ਦੀ ਕੁਆਂਟਿਟੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। ਨਾਈਟ੍ਰੋਜਨ ਚਾਹੀਦੀ ਹੁੰਦੀ ਹੈ ਕਣਕ ਨੂੰ ਜਿਸ ਨਾਲ ਉਹ ਸੋਇਲ 'ਚੋਂ ਨਾਈਟ੍ਰੋਜਨ ਲੈ ਲੈਂਦੀ ਆ। ਮਤਲਬ ਹਵਾ 'ਚੋਂ ਉਹ ਨਾਈਟ੍ਰੋਜਨ ਨਹੀਂ ਲੈ ਸਕਦੀ ਹੁੰਦੀ ਕਦੇ ਵੀ ਕੋਈ ਵੀ ਪਲਾਂਟ ਆ ਜੋ ਹਮੇਸ਼ਾ ਉਹ ਸੋਇਲ 'ਚ ਲੈਂਦਾ ਹੁੰਦਾ। ਤਾਂ ਜਦੋਂ ਸੋਇਲ 'ਚੋਂ ਲੈ ਲਿਆ ਉਹਨੇ ਨਾਈਟ੍ਰੋਜਨ ਤਾਂ ਸੋਇਲ 'ਚ ਜਿਹੜੀ ਨਾਈਟ੍ਰੋਜਨ ਆ ਉਹ ਖਤਮ ਹੋ ਜਾਂਦੀ ਹੈ ਠੀਕ ਆ ਘੱਟ ਜਾਂਦੀ ਆ। ਫਿਰ ਲੈਗਿਊਮੀਨਸ ਪਲਾਂਟ ਲਗਾਏ ਜਾਂਦੇ ਨੇ ਅਗਲੇ ਸੀਜ਼ਨ 'ਚ ਠੀਕ ਆ ਜਿਸ ਮਤਲਬ ਲੈਗਿਊਮੀਨਸ ਪਲਾਂਟ ਜਿਹੜੇ ਨਾਈਟ੍ਰੋਜਨ ਛੱਡਣ ਜਿਵੇਂ ਕਿ ਚਨੇ ਰਾਜਮਾ ਮਟਰ ਠੀਕ ਆ ਜਿਹੜੇ ਕਿ ਛੱਡਦੇ ਨੇ ਨਾਈਟ੍ਰੋਜਨ। ਇਹ ਕੀ ਇਹਨਾਂ ਦੀ ਜੋ ਜੜ੍ਹਾਂ ਹੁੰਦੀਆਂ ਨੇ ਉਸ ਵਿੱਚ ਗੰਢਾਂ ਹੁੰਦੀਆਂ ਨੇ ਠੀਕ ਆ। ਲੈਗਿਊਮੀਨਸ ਪਲਾਂਟ ਹੁੰਦੇ ਨੇ ਮਤਲਬ ਜਿਹੜੇ ਲੈਗਿਊਮੀਨਸ ਓਕੇ ਲੈਗਿਊਮੀਨਸ ਪਲਾਂਟ ਹੁੰਦੇ ਨੇ ਜਿਹੜੇ ਕੀ ਹੁੰਦੇ ਨੇ ਇਹਨਾਂ ਦੀਆਂ ਰੂਟਸ ਹੁੰਦੀਆਂ ਨੇ ਜੋ ਰੂਟਸ ਵਿੱਚ ਗੰਢਾਂ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ ਆ ਰੂਟ ਨੋਡਿਊਲਸ। ਜਿਹੜੇ ਰੂਟ ਨੋਡਿਊਲਸ ਹੁੰਦੇ ਨੇ ਇਹ 'ਚ ਇੱਕ ਬੈਕਟੀਰੀਆ ਹੁੰਦਾ ਗਾ ਉਹ ਬੈਕਟੀਰੀਆ ਦਾ ਨਾਮ ਹੁੰਦਾ ਰਾਈਜ਼ੋਬੀਅਮ ਬੈਕਟੀਰੀਆ। ਰਾਈਜ਼ੋਬੀਅਮ ਬੈਕਟੀਰੀਆ ਇਹ ਬਹੁਤ ਇੰਪੋਰਟੈਂਟ ਨਾਮ ਆ ਰਾਈਜ਼ੋਬੀਅਮ ਬੈਕਟੀਰੀਆ ਇਹ ਆਪਾਂ ਨੇ ਯਾਦ ਰੱਖਣਾ ਠੀਕ ਆ। ਤਾਂ ਜੋ ਇਹ ਰਾਈਜ਼ੋਬੀਅਮ ਬੈਕਟੀਰੀਆ ਹੁੰਦਾ ਇਸ ਨਾਲ ਕੀ ਹੁੰਦਾ ਜੋ ਰਾਈਜ਼ੋਬੀਅਮ ਬੈਕਟੀਰੀਆ ਹੁੰਦਾ ਇਹ ਹਵਾ 'ਚ ਜੋ ਨਾਈਟ੍ਰੋਜਨ ਹੈ ਉਸ ਨੂੰ ਇਹ ਸੋਇਲ 'ਚ ਲਿਆਉਂਦਾ ਅਤੇ ਸੋਇਲ 'ਚ ਇਹ ਨਾਈਟ੍ਰੇਟ ਬਣਾ ਦਿੰਦਾ ਅਤੇ ਉਹ ਨਾਈਟ੍ਰੇਟ ਕੀ ਹੈ ਸੋਇਲ 'ਚ ਸਟੋਰ ਹੋ ਜਾਂਦੀ ਹੈ ਅਤੇ ਜਦੋਂ ਕਣਕ ਦਾ ਸੀਜ਼ਨ ਆਉਂਦਾ ਤਾਂ ਉਹ ਨਾਈਟ੍ਰੇਟ ਫਿਰ ਨਾਈਟ੍ਰੋਜਨ ਦੀ ਫੋਰਮ 'ਚ ਕਣਕ ਨੂੰ ਮਿਲ ਜਾਂਦੀ ਆ ਜਿਸ ਨਾਲ ਕੀ ਆ ਜੋ ਸੋਇਲ ਦੀ ਫਰਟੀਲਿਟੀ ਆ ਉਹ ਬਣੀ ਰਹਿੰਦੀ ਆ ਠੀਕ ਆ। ਇਹ ਸੀ ਆਪਣੀ ਕ੍ਰੌਪ ਰੋਟੇਸ਼ਨ। ਨੈਕਸਟ ਜੋ ਮੈਥਡ ਹੈ ਕ੍ਰੌਪ ਰੋਟੇਸ਼ਨ ਤੋਂ ਬਾਅਦ ਉਹ ਹੈ ਫੈਲੋਇੰਗ। ਫੈਲੋਇੰਗ ਫੈਲੋਇੰਗ 'ਚ ਕੀ ਹੁੰਦਾ ਹੈਗਾ ਮਤਲਬ ਫਸਲਾਂ ਉਗਾਉਣ ਤੋਂ ਬਾਅਦ ਜਦੋਂ ਫਸਲ ਆਪਾਂ ਕੱਟ ਲੈਣੇ ਹਾਰਵੈਸਟ ਕਰ ਲੈਣੇ ਉਸ ਤੋਂ ਬਾਅਦ ਜੋ ਖੇਤ ਹੁੰਦੇ ਆ ਜੋ ਲੈਂਡ ਹੁੰਦੀ ਆ ਉਸ ਨੂੰ ਖਾਲੀ ਛੱਡ ਦਿੱਤਾ ਜਾਂਦਾ ਮਤਲਬ ਉਸ ਤੋਂ ਬਾਅਦ ਕੁਝ ਸਮੇਂ ਲਈ ਉਸ 'ਤੇ ਕੋਈ ਫਸਲ ਨਹੀਂ ਉਗਾਈ ਜਾਂਦੀ ਜਿਸ ਨਾਲ ਕੀ ਆ ਜੋ ਨਿਊਟ੍ਰੀਐਂਟਸ ਆ ਉਹ ਦੁਬਾਰੇ ਰਿਚਾਰਜ ਹੋ ਜਾਂਦੇ ਨੇ ਸੋਇਲ 'ਚ ਠੀਕ ਆ। ਤਾਂ ਮਤਲਬ ਫੈਲੋਇੰਗ ਤੋਂ ਕੀ ਮਤਲਬ ਹੁੰਦਾ ਗਾ ਵੀ ਕੰਟੀਨਿਊਸ ਫਸਲ ਦੀ ਗਰੋਇੰਗ ਤੋਂ ਬਾਅਦ ਮਤਲਬ ਪਹਿਲਾਂ ਫਸਲ ਉਹ 'ਤੇ ਲਗਾਤਾਰ ਉਗਾਉਣੀ ਉਸ ਤੋਂ ਬਾਅਦ ਥੋੜ੍ਹੇ ਟਾਈਮ ਲਈ ਮਤਲਬ ਸਾਲ 2 ਸਾਲ ਲਈ ਉਹ ਲੈਂਡ ਨੂੰ ਕੀ ਹੈ ਖਾਲੀ ਛੱਡ ਦੇਣਾ ਤਾਂ ਕਿ ਉਸ ਵਿੱਚ ਕੋਈ ਵੀ ਮਤਲਬ ਜੋ ਫਸਲ ਨਾ ਉਗਾਈ ਜਾਵੇ ਅਤੇ ਜੋ ਉਸਦੇ ਨਿਊਟ੍ਰੀਐਂਟਸ ਨੇ ਉਹ ਦੁਬਾਰੇ ਰਿਚਾਰਜ ਹੋ ਜਾਣ। ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਫੈਲੋਇੰਗ ਠੀਕ ਆ। ਇਸ ਨਾਲ ਵੀ ਜੋ ਸੋਇਲ ਦੀ ਫਰਟੀਲਿਟੀ ਆ ਉਹ ਵੱਧ ਜਾਂਦੀ ਆ ਠੀਕ ਆ। ਤਾਂ ਫੈਲੋਇੰਗ ਨੂੰ ਕੀ ਕਹਿੰਦੇ ਆ ਆਪਾਂ ਜੇ ਆਪਾਂ ਲਿਖਣਾ ਹੋਵੇ ਦਾ ਪ੍ਰੋਸੈਸ ਆਫ ਲੀਵਿੰਗ the process of leaving soil uncultivated
soil uncultivated for one cropping season, for one cropping season is called fallowing। मतलब एक सीजन ਲਈ जो लैंड ਨੂੰ अनकल्टिवेटेड मतलब बिना बीजा होया खाली छੱਡ देना, ठीक है, उस प्रोसैस ਨੂੰ ਆਪਾਂ ਕਹਿੰਦੇ ਫਲੋਇੰਗ, ਤਾਂ ਜੋ ਉਸਦੀ ਜੋ ਸੋਇਲ ਦੀ ਫਰਟੀਲਿਟੀ ਆ ਉਹ ਇਨਕਰੀਜ਼ ਹੋ ਸਕੇ ਤੇ ਉਸ ਵਿੱਚ ਸਾਰੇ ਨਿਊਟ੍ਰੀਐਂਟਸ ਦੁਬਾਰਾ ਰਿਚਾਰਜ ਹੋ ਜਾਣ। ਤਾਂ ਇਹ ਸੀ ਆਪਣੀ ਥਰਡ ਐਗਰੀਕਲਚਰ ਪ੍ਰੈਕਟਿਸ ਇੰਪਰੂਵਿੰਗ ਸੋਇਲ ਫਰਟੀਲਿਟੀ। ਤੇ ਅਗਲੀ ਆਪਾਂ ਵੀਡੀਓ 'ਚ ਕਰਾਂਗੇ ਇਰੀਗੇਸ਼ਨ, ਜੋ ਆਪਣੀ ਚੌਥੀ ਐਗਰੀਕਲਚਰ ਪ੍ਰੈਕਟਿਸ ਆ, ठीक है। तो जिस इस तो पहला वाली एग्रीकल्चर प्रैक्टिस देखनिया ने तो तुसी डिस्क्रिप्शन से आओ, तुहानू लिंक मिलेगा, उस तो तुसी देख सकते हो। तो कमेंट में जरूर दसना कि वीडियो किद्दां लगी, तो मेरे चैनल को प्लीज़ सबसक्राइब कर दो ताकि वध तो वध जो बच्चे ने इसका फ़ायदा लै सकन। थैंक यू फॉर वॉचिंग।